सत श्री अकाल जी, मेरा नाम है हरप्रीत सिंह ਤੇ ਤੁਸੀਂ ਦੇਖ ਰਹੇ ਹੋ ਲੀਗਲ ਹੈਕਸ ਕੈਨੇਡਾ। ਅੱਜ ਦਾ ਵੀਡੀਓ ਰਹੇਗਾ ਟੂਰਿਸਟ ਵੀਜ਼ੇ ਤੇ। ਟੂਰਿਸਟ ਵੀਜ਼ਾ ਉਹਨਾਂ ਲੋਕਾਂ ਲਈ ਜਿਹੜੇ ਕਿ ਰਹਿੰਦੇ ਕਿਸੇ ਹੋਰ ਕੰਟਰੀ ਦੇ ਵਿੱਚ ਹੈ, ਟਰੈਵਲ ਆਫ ਕੈਨੇਡਾ ਕਰਨਾ ਚਾਹੁੰਦੇ ਹੈ, ਦੂਸਰੀ ਕੰਟਰੀ ਦਾ ਉਹਨਾਂ ਕੋਲੇ ਪੀਆਰ ਕਾਰਡ ਹੈ ਤੇ ਇੰਡੀਅਨ ਪਾਸਪੋਰਟ ਹੋਲਡਰਸ ਹੈ। ਸੋ ਵੀਡੀਓ ਬਹੁਤ ਵਧੀਆ ਹੈ, ਸਪੈਸ਼ਲ ਹੈ, ਇਨਫੋਰਮੇਟਿਵ ਹੈ। ਜੇ ਤੁਸੀਂ ਉਹਨਾਂ ਵਿੱਚੋਂ ਇੱਕਾਂ ਜੇ ਮੰਨ ਲਓ ਤੁਸੀਂ ਪੀਆਰ ਕਾਰਡ ਹੋਲਡਰ ਦੂਸਰੀ ਕੰਟਰੀ ਦੇ ਨਹੀਂ ਹੈਗੇ, ਤੁਸੀਂ ਸਿਰਫ ਇੱਕ ਇੰਡੀਅਨ ਸਿਟੀਜ਼ਨ ਹੋ ਤੇ ਇੰਡੀਅਨ ਪਾਸਪੋਰਟ ਹੋਲਡਰ ਹੋ, ਤਾਂ ਵੀ ਤੁਸੀਂ ਟਾਈਮ ਪਾਸ ਲਈ ਵੀਡੀਓ ਦੇਖ ਲਿਓ। ਹੋ ਸਕਦਾ ਕਿਸੇ ਦੇ ਕੰਮ ਆ ਜੇ, ਤੁਹਾਡੇ ਫਰੈਂਡ ਦੇ ਜਾਂ ਰਿਲੇਟਿਵ ਦੇ। ਤੇ ਇਹ ਬਣਾ ਕੇ ਰਹੇ ਕਿਉਂਕਿ ਮੈਨੂੰ ਇੱਕ ਸਪੈਸ਼ਲ ਪੋਰਚੁਗਲ ਤੋਂ ਕੁਐਰੀ ਆਈ ਸੀ। ਉਹਨਾਂ ਦਾ ਕੁਐਸਚਨ ਕੀ ਸੀ ਕਿ ਇੰਡੀਅਨ ਸਿਟੀਜ਼ਨ ਹੈ, ਰਹਿੰਦੇ ਪੋਰਚੁਗਲ ਹੈ, ਪੋਰਚੁਗਲ ਦਾ TRC ਹੈ, ਯਾਨੀ ਕਿ ਇੱਕ ਤਰ੍ਹਾਂ ਦਾ ਪਰਮਾਨੈਂਟ ਰੈਜ਼ੀਡੈਂਟ ਹੈਗੇ ਉੱਥੋਂ ਦੇ, ਪੀਆਰ ਕਾਰਡ ਹੋਲਡਰ ਹੈ ਪੋਰਚੁਗਲ ਦੇ। ਸੋ ਕਿ ਜੇ ਉਹਨਾਂ ਨੇ ਪੋਰਚੁਗਲ ਤੋਂ ਕੈਨੇਡਾ ਟਰੈਵਲ ਕਰਨਾ ਹੈ, ਉਹਨਾਂ ਤੇ ਪੋਰਚੁਗਲ ਦੇ ਰੂਲਸ ਲਾਗੂ ਹੋਣਗੇ ਜਾਂ ਇੰਡੀਆ ਦੇ ਰੂਲਸ ਲਾਗੂ ਹੋਣਗੇ। ਹੁਣ ਇਹ ਕੁਐਰੀ ਵੀ ਜਾਇਜ਼ ਹੈ ਕਿਉਂਕਿ ਜਦੋਂ ਮੈਂ ਇਹਦੇ ਤੇ ਥੋੜੀ ਰਿਸਰਚ ਕੀਤੀ, ਮੈਨੂੰ ਪਤਾ ਲੱਗਿਆ ਕਿ ਜਿਹੜੇ TRC ਕਾਰਡ ਹੋਲਡਰਸ ਹੁੰਦੇ ਆ, TRC ਯਾਨੀ ਕਿ ਟੈਂਪਰੇਰੀ ਰੈਜ਼ੀਡੈਂਟ ਕਾਰਡ ਹੈ ਨਾ, TRC ਕਾਰਡ ਹੋਲਡਰਸ ਹੁੰਦੇ ਆ, ਉਹਨਾਂ ਨੂੰ ਸ਼ੈਨਿਗਨ ਦੇ ਵਿੱਚ ਕਿਤੇ ਵੀ ਮੂਵ ਕਰਨ ਦੀ ਪਰਮਿਸ਼ਨ ਹੁੰਦੀ ਹੈ। ਲਾਈਕ ਸ਼ੈਨਿਗਨ ਕੰਟਰੀਜ਼ ਦੇ ਵਿੱਚ ਉਹ ਮੂਵ ਕਰ ਸਕਦੇ ਆ, ਕੋਈ ਜ਼ਿਆਦਾ ਪ੍ਰੋਬਲਮ ਨਹੀਂ ਹੁੰਦੀ। ਬਟ ਇੱਥੇ ਆਪਾਂ ਗੱਲ ਕਰ ਰਹੇ ਹਾਂ ਕੈਨੇਡਾ ਦੀ। ਕੈਨੇਡਾ ਦੇ ਵਿੱਚ ਕੀ ਪ੍ਰੋਬਲਮ ਹੈ? ਪਹਿਲੀ ਗੱਲ, ਉਹ ਸ਼ੈਨਿਗਨ ਦੇ ਵਿੱਚ ਨਹੀਂ ਆਉਂਦੀ, ਤੇ ਦੂਸਰੀ ਗੱਲ, ਤੁਹਾਡੇ ਕੋਲੇ ਉੱਥੋਂ ਪੋਰਚੁਗਲ ਦਾ ਪਾਸਪੋਰਟ ਨਹੀਂ ਹੈਗਾ। ਇਸ ਕੇਸ ਦੇ ਵਿੱਚ ਤੁਹਾਡੇ ਤੇ ਰੂਲ ਕਿਹੜੇ ਲਾਗੂ ਹੋਣਗੇ ਉਹ ਦੱਸੂਗਾ। ਸ਼ੁਰੂ ਕਰਦੇ ਹਾਂ ਜੀ ਅੱਜ ਦਾ ਵੀਡੀਓ। ਚਲੋ, ਇਹ ਆਪਣੀ ਕੁਐਰੀ ਸੀ, ਇਹ ਆਪਣਾ ਜੋ ਕੁਐਸਚਨ ਸੀਗਾ ਉਹ ਆਇਆ ਸੀਗਾ। ਹੁਣ ਇਹਦੇ ਤੇ ਮੈਂ ਡਿਸਕਸ ਕਰਨ ਜਾ ਰਿਹਾ ਕਿ ਜੇ ਤੁਸੀਂ ਵੀ ਪੀਆਰ ਹੋਲਡਰ ਹੋ, ਕਿਸੇ ਵੀ ਦੂਸਰੀ ਕੰਟਰੀ ਦੇ ਸਿਟੀਜ਼ਨ, ਕਿਸੇ ਹੋਰ ਕੰਟਰੀ ਦੇ ਹੋ, ਤੁਸੀਂ ਜੇ ਟਰੈਵਲ ਕਰਨਾ ਚਾਹੁੰਦੇ ਹੋ ਕੈਨੇਡਾ ਦੇ ਵਿੱਚ, ਕਿਹੜੇ ਕੰਟਰੀ ਦੇ ਰੂਲ ਤੁਹਾਡੇ ਤੇ ਲਾਗੂ ਹੋਣਗੇ। ਸੋ ਦੋਸਤੋ, ਇਹਦੇ ਵਿੱਚ ਸਭ ਤੋਂ ਪਹਿਲੀ ਚੀਜ਼ ਆ ਗਈ, ਜਦੋਂ ਵੀ ਆਪਾਂ ਕਿਸੇ ਵੀ ਕੰਟਰੀ ਦੇ ਵਿੱਚ ਟਰੈਵਲ ਕਰਨਾ ਹੁੰਦਾ ਹੈ, ਆਪਣਾ ਜੋ ਡਾਕੂਮੈਂਟ, ਜੋ ID ਕਾਰਡ ਯੂਜ਼ ਹੁੰਦਾ ਹੈ, ਜ਼ਿਆਦਾਤਰ ਉਹ ਪਾਸਪੋਰਟ ਹੁੰਦਾ ਹੈ। ਸੋ ਜੇ ਤੁਸੀਂ ਜਿਹੜੀ ਵੀ ਕੰਟਰੀ ਦਾ ਤੁਹਾਡੇ ਕੋਲੇ ਪਾਸਪੋਰਟ ਹੈ, ਤੁਹਾਡੀ ਨੈਸ਼ਨੈਲਿਟੀ ਜਿਹੜੀ ਹੈਗੀ ਆ ਉਹ ਉਸ ਕੰਟਰੀ ਦੀ ਹੋਊਗੀ, ਰਾਈਟ। ਤਾਂ ਕਰਕੇ ਜਿਹੜੇ ਵੀਜ਼ਾ ਰੂਲਸ ਵੀ ਹੋਣਗੇ ਉਹ ਤੁਹਾਨੂੰ ਪਾਸਪੋਰਟ ਜਿਹੜੀ ਕੰਟਰੀ ਦਾ ਹੈਗਾ ਉਸ ਕੰਟਰੀ ਦੇ ਅਕੋਰਡਿੰਗ ਤੁਹਾਨੂੰ ਵੀਜ਼ਾ ਰੂਲਸ ਤੁਹਾਡੇ ਤੇ ਲਾਗੂ ਹੋਣਗੇ। ਹੁਣ ਮਿਸਾਲ ਦੇ ਤੌਰ ਤੇ ਜੇ ਮੰਨ ਲਓ ਕੋਈ ਪੋਰਚੁਗਲ ਦੇ ਵਿੱਚ TRC ਹੋਲਡਰ ਹੈ ਜਾਂ ਪੀਆਰ ਕਾਰਡ ਹੈ ਕਿਸੇ ਕੋਲੇ, ਹੈ ਨਾ, ਬਟ ਉਹ ਸਿਟੀਜ਼ਨ ਤਾਂ ਹੈ ਨਹੀਂ। ਜੇ ਸਿਟੀਜ਼ਨ ਨਹੀਂ ਹੈਗਾ ਤਾਂ ਜੇ ਉਹ ਮਤਲਬ ਦੁਨੀਆ ਦੇ ਵਿੱਚ ਕਿਤੇ ਵੀ ਟਰੈਵਲ ਕਰਨਾ ਚਾਹੁੰਦਾ, ਉਹਦੇ ਤੇ ਸ਼ੈਨਿਗਨ ਦੇ ਜਾਂ ਉਸ ਪੀਆਰ ਕਾਰਡ ਜਿਹੜੀ ਕੰਟਰੀ ਨੇ ਦਿੱਤਾ ਹੈ ਉਸ ਕੰਟਰੀ ਦੇ ਰੂਲਸ ਲਾਗੂ ਨਹੀਂ ਹੋ ਸਕਦੇ। ਜਦੋਂ ਆਪਾਂ ਟਰੈਵਲ ਕਰਨਾ ਹੁੰਦਾ ਹਮੇਸ਼ਾ ਆਪਾਂ ਪਾਸਪੋਰਟ ਦੇਖਣਾ ਹੁੰਦਾ, ਪਾਸਪੋਰਟ ਕਿਹੜੀ ਕੰਟਰੀ ਦਾ ਹੈਗਾ, ਉਸ ਬੇਸਿਸ ਤੇ ਹੀ ਆਪਣਾ ਜੋ ਹੈ ਵੀਜ਼ਾ ਰੂਲਸ ਅਪਲਾਈ ਹੁੰਦੇ ਆ। ਸੋ ਇਸ ਪਰਸਨ ਵਾਸਤੇ ਜਿਹਦੀ ਮੈਨੂੰ ਕੁਐਰੀ ਆਈ ਸੀ, ਉਹਦੇ ਲਈ ਇੰਡੀਅਨ ਰੂਲਸ ਹੀ ਲਾਗੂ ਹੋਣਗੇ। ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਮੈਂ ਕਹਿ ਕਿਉਂ ਰਿਹਾ ਹਾਂ, ਕਿਸ ਬੇਸਿਸ ਤੇ ਕਹਿ ਰਹੇ ਹਾਂ। ਤੇ ਇਸ ਲਈ ਆਪਾਂ ਚੱਲਦੇ ਹਾਂ ਜੀ ਲੈਪਟਾਪ ਤੇ ਹੀ ਤੁਹਾਨੂੰ ਦਿਖਾ ਦਿੰਦਾ ਕਿ ਯਾਰ ਕੈਨੇਡਾ ਗਵਰਨਮੈਂਟ ਦੀ ਅਫੀਸ਼ੀਅਲ ਵੈਬਸਾਈਟ ਕੀ ਕਹਿੰਦੀ ਹੈ। ਚਲੋ ਜੀ ਚੱਲਦੇ ਹਾਂ ਲੈਪਟਾਪ ਤੇ। ਸੋ ਦੋਸਤੋ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਹੁਣ ਆਪਾਂ ਪਹੁੰਚ ਚੁੱਕੇ ਹਾਂ ਕੈਨੇਡਾ ਗਵਰਨਮੈਂਟ ਦੀ ਅਫੀਸ਼ੀਅਲ ਵੈਬਸਾਈਟ ਤੇ ਹੁਣ ਇੱਥੇ ਤੁਹਾਨੂੰ ਮੈਂ ਦਿਖਾਉਂਦਾ ਕਿ ਡਾਕੂਮੈਂਟਸ ਕਿਹੜੇ ਹੁੰਦੇ ਆ, ਤੇ ਜੇ ਤੁਸੀਂ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਤੇ ਕਿਹੜੇ ਰੂਲਸ ਅਪਲਾਈ ਹੋਣਗੇ, ਪਾਸਪੋਰਟ ਹੋਲਡਰ ਵਾਲੇ ਜਾਂ ਪੀਆਰ ਕਾਰਡ ਵਾਲੇ। ਸੋ ਇਹਦੇ ਵਿੱਚ ਜੇ ਆਪਾਂ ਡਿਟੇਲਸ ਨੂੰ ਚੈੱਕ ਕਰੀਏ ਤਾਂ ਕੀ ਮਤਲਬ ਜੋ ਇਹਨਾਂ ਦਾ ਕੁਐਸਚਨੇਅਰ ਹੈ ਉਹ ਆਪਾਂ ਫਿਲ ਕਰਾਂਗੇ ਤੇ ਆਪਾਂ ਦੇਖਾਂਗੇ ਕਿ ਕੀ ਆਪਾਂ ਨੂੰ ਰਿਕੁਆਇਰਮੈਂਟ ਹੈਗੀ ਹੈ ਤੇ ਕਿਹੜੇ ਡਾਕੂਮੈਂਟਸ ਆਪਾਂ ਨੂੰ ਚਾਹੀਦੇ ਹੋਣਗੇ। ਸੋ ਇਹ ਤੇ ਜੇ ਆਪਾਂ ਚੈੱਕ ਕਰੀਏ ਕੁਐਸਚਨੇਅਰ, ਆਪਾਂ ਫਿਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਵੇਖਦੇ ਹਾਂ ਕਿ ਆਪਾਂ ਨੂੰ ਕਿਹੜੇ ਡਾਕੂਮੈਂਟਸ ਦੀ ਰਿਕੁਆਇਰਮੈਂਟ ਹੋਊਗੀ। ਸਭ ਤੋਂ ਪਹਿਲੀ ਚੀਜ਼ ਆ ਗਈ, ਵਾਟ ਡਾਕੂਮੈਂਟਸ ਆਰ ਯੂ ਟਰੈਵਲਿੰਗ ਵਿਦ। ਪਹਿਲਾ ਆ ਗਿਆ ਪਾਸਪੋਰਟ, ਦੂਜਾ ਆ ਗਿਆ ਏਲੀਅਨਸ ਪਾਸਪੋਰਟ ਫॉर ਸਟੇਟਲੈਸ ਪਰਸਨਸ, तीसरा आ गया परमिट टू री एंटर द US, दूजा फिर फोर्थ आ गया अपना US रिफ्यूजी ट्रैवल डॉकूमेंट, तो लास्ट ऑप्शन है अदर रिफ्यूजी ट्रैवल डॉकूमेंट्स फॉर नॉन सिटीजनस। सो इस मोमेंट ते इन्होंने किते भी आपां नूं PR कार्ड का है ना या उस तरह का कुछ नहीं कहा गया, कुछ नहीं आपां नूं ऑप्शन दी गई, आपां नूं सीधी पासपोर्ट दी है। सो आपां पासपोर्ट ते क्लिक करांगे। नैक्सट चीज़ आ गई आपां नूं सिलैक्ट द कंट्री कोड डैट मैचिज वन ऑन योर पासपोर्ट। इन्होंने क्लीयरली मैंशन किया हुआ कि ऑन योर पासपोर्ट, राइट। सो ये आपां सीधा सिलैक्शन करांगे। आपां जिवें जे तुसीं इंडिया के पासपोर्ट होल्डर हो तो इंडिया इनू आपां फिल करांगे। नैक्सट आ गया उस बाद चों आर यू अ ड्यूल कैनेडियन सिटीजन, जिहदा मतलब ये हुंदा कि तुसीं दो कंट्रियां दे
ਪਾਸਪੋਰਟ ਹੋਲਡਰ ਹੋ ਸਕਦੇ ਹੋ। ਫੋਰ ਐਗਜ਼ਾਮਪਲ ਜਿਹੜਾ ਡਿਊਲ ਸਿਟੀਜ਼ਨਸ਼ਿਪ ਦਾ ਪ੍ਰੋਗਰਾਮ ਹੈਗਾ ਕੈਨੇਡਾ ਦਾ, ਇਹ ਯੂਕੇ ਨਾਲ ਹੈਗਾ। ਜੇ ਤੁਸੀਂ ਯੂਕੇ ਦੇ ਸਿਟੀਜ਼ਨ ਹੋ ਤਾਂ ਤੁਸੀਂ ਕੈਨੇਡਾ ਦਾ ਪਾਸਪੋਰਟ ਵੀ ਸੇਮ ਟਾਈਮ ਤੇ ਹੋਲਡ ਕਰ ਸਕਦੇ ਹੋ। ਤੁਹਾਡੇ ਕੋਲ 2 ਪਾਸਪੋਰਟ ਹੋ ਸਕਦੇ ਆ, ਯੂਕੇ ਦਾ ਵੀ ਤੇ ਕੈਨੇਡਾ ਦਾ ਵੀ। ਸੋ ਉਸ ਰੂਪ 'ਚ ਪੁੱਛਿਆ ਗਿਆ ਆਰ ਯੂ ਅ ਡਿਊਲ ਕੈਨੇਡੀਅਨ ਸਿਟੀਜ਼ਨ। ਸੋ ਇਹਦੇ ਵਿੱਚ ਆਪਣਾ ਆਊਗਾ ਨੋ। ਉਸ ਤੋਂ ਬਾਅਦ ਚੋਂ ਆਰ ਯੂ ਅ lawful permanent resident of the US and have an alien registration card ਜਾਂ green card, ਇਹਦੇ ਵਿੱਚ ਵੀ ਆਪਣਾ ਆਊਗਾ ਨੋ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਕਿਤੇ ਵੀ ਸ਼ੈਨਿਗਨ ਦੇ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ ਨਾ, US ਦੀ ਹੀ ਗੱਲ ਹੋ ਰਹੀ ਹੈ। ਤੇ ਸੋ ਆਪਾਂ ਸ਼ੈਨਿਗਨ ਦਾ ਆਪਾਂ ਨੂੰ ਕਿਤੇ ਆਪਸ਼ਨ ਹੈ ਨਹੀਂ, ਤਾਂ ਕਰਕੇ ਆਪਾਂ ਵੇਰਵਾ ਨਹੀਂ ਦੇ ਸਕਦੇ। ਉਸ ਤੋਂ ਬਾਅਦ ਆ ਗਿਆ ਵਾਟ ਆਰ ਯੂ ਡੂਇੰਗ ਇਨ ਕੈਨੇਡਾ। ਇਹਦੇ ਵਿੱਚ ਇਹਨਾਂ ਨੇ ਪੁੱਛਿਆ ਕਿ ਤੁਸੀਂ ਕਿਸ ਪਰਪਸ ਲਈ ਕੈਨੇਡਾ ਆਉਣਾ ਚਾਹੁੰਦੇ ਹੋ, ਜਿਵੇਂ ਕਿ ਤੁਸੀਂ ਟੂਰਿਸਟ ਵੀਜ਼ਾ ਜਾਂ ਫੈਮਿਲੀ ਨੂੰ ਮਿਲਣਾ ਹੈ ਜਾਂ ਫਰੈਂਡਸ ਨੂੰ ਮਿਲਣਾ ਹੈ ਜਾਂ ਬਿਜ਼ਨਸ ਨੂੰ ਹੈ, ਟ੍ਰੇਡ ਸ਼ੋ ਹੈ, ਕਾਨਫਰੰਸ ਹੈ, ਜਾਂ ਤੁਸੀਂ ਟ੍ਰਾਂਸਿਟ ਕਰ ਰਹੇ ਹੋ, ਮਤਲਬ ਕਿਸੇ ਹੋਰ ਕੰਟਰੀ ਜਾਣਾ ਬਟ ਤੁਹਾਡਾ ਕੈਨੇਡਾ ਦੇ ਵਿੱਚ ਸਟੋਪੇਜ ਹੈ ਜਾਂ ਵਰਕਿੰਗ ਹੈ, ਸਟੱਡਿੰਗ ਹੈ। ਇਹਦੇ ਵਿੱਚ ਆਪਾਂ ਮੰਨ ਕੇ ਚੱਲਦੇ ਹਾਂ ਕਿ ਟੂਰਿਸਟ ਵਿਜ਼ਿਟਿੰਗ ਫੈਮਿਲੀ ਔਰ ਵਿਜ਼ਿਟਿੰਗ ਫਰੈਂਡਸ, ਰਾਈਟ। ਉਸ ਤੋਂ ਬਾਅਦ ਆ ਗਿਆ ਕਿ ਆਰ ਯੂ ਵਿਜ਼ਿਟਿੰਗ ਯੂਰ ਚਿਲਡਰਨ ਔਰ ਗ੍ਰੈਂਡ ਚਿਲਡਰਨ। ਸੋ ਇਹਦੇ ਵਿੱਚ ਆ ਗਿਆ ਨੋ। ਸੋ ਹੁਣ ਆਪਾਂ ਦੇਖਦੇ ਹਾਂ ਕੀ ਆ ਗਈ ਇਹਨਾਂ ਦਾ ਰਿਜ਼ਲਟ। ਇਹਨਾਂ ਨੇ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਤੇ ਪੜ੍ਹ ਸਕਦੇ ਹੋ ਕਿ ਕਲੀਅਰਲੀ ਇਹ ਚੀਜ਼ ਕਹਿਤਾ ਯੂ ਨੀਡ ਅ ਵਿਜ਼ਟਰ ਵੀਜ਼ਾ, ਠੀਕ ਹੈ। ਯੂ ਡੋ ਨੋਟ ਨੀਡ ETA। ਜੇ ਮੰਨ ਲਓ ਤੁਸੀਂ ਪੋਰਚੁਗਲ ਦੇ ਵਿੱਚ ਹੁੰਦੇ ਹੈ ਨਾ, ਪੋਰਚੁਗਲ ਦਾ ਤੁਹਾਡਾ ਕੋਲੇ ਪਾਸਪੋਰਟ ਹੁੰਦਾ ਤਾਂ ਤੁਸੀਂ ETA ਦੇ ਥਰੂ ਤੁਸੀਂ ਕੈਨੇਡਾ ਟਰੈਵਲ ਕਰ ਸਕਦੇ ਸੀ। ਨੈਕਸਟ ਆਪਣੀ ਚੀਜ਼ ਆਉਂਦੀ ਹੈ ਕਿ ਡਾਕੂਮੈਂਟਸ ਕੀ ਚਾਹੀਦੇ ਆ, ਬੇਸਿਕ ਡਾਕੂਮੈਂਟਸ। ਟੂਰਿਸਟ ਵੀਜ਼ੇ ਦੀ ਫਾਈਲ ਲਾਉਣਾ ਚਾਹੁੰਦੇ ਹੋ, ਮੰਨ ਲਓ ਤੁਸੀਂ ਪੋਰਚੁਗਲ 'ਚੋਂ TRC ਹੋਲਡਰ ਹੋ, ਤੁਹਾਨੂੰ ਡਾਕੂਮੈਂਟਸ ਕਿਹੜੇ ਚਾਹੀਦੇ ਆ, ਸੇਮ ਜੋ ਕਿ ਕੋਈ ਵੀ ਪਰਸਨ ਇੰਡੀਆ ਵਿੱਚੋਂ ਲਾ ਰਿਹਾ ਉਹਨੂੰ ਡਾਕੂਮੈਂਟਸ ਚਾਹੀਦੇ ਹੁੰਦੇ, ਉਹ ਸੇਮ, ਕੋਈ ਡਿਫਰੈਂਸ ਨਹੀਂ ਹੈ। ਹੁਣ ਆ ਗਏ ਡਾਕੂਮੈਂਟਸ ਕਿਹੜੇ ਚਾਹੀਦੇ ਹੁੰਦੇ ਆ। ਮੈਂ ਆਪਦੇ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ, ਹਮੇਸ਼ਾ ਜਦੋਂ ਤੁਸੀਂ ਟੂਰਿਸਟ ਵੀਜ਼ੇ ਲਈ ਅਪਲਾਈ ਕਰਨਾ ਹੈ ਕੈਨੇਡਾ ਨੇ ਇਹ ਚੀਜ਼ ਦੇਖਣੀ ਹੈ ਕਿ ਤੁਸੀਂ ਆਪਦੇ ਹੋਮ ਕੰਟਰੀ ਦੇ ਵਿੱਚ ਵਾਪਸ ਕਿਉਂ ਆਉਂਗੇ। ਸੋ ਉਸ ਚੀਜ਼ ਨੂੰ ਪ੍ਰੂਵ ਕਰਨ ਵਾਸਤੇ ਹੁਣ ਇਸ ਚੀਜ਼ ਨੂੰ ਮੈਂ ਮੰਨ ਕੇ ਚੱਲ ਰਿਹਾ ਕਿ ਤੁਸੀਂ ਮੰਨ ਲਓ ਪੋਰਚੁਗਲ ਦੇ ਵਿੱਚ ਜੋਬ ਕਰ ਰਹੇ ਹੋ, ਰਾਈਟ। ਜਿੱਥੇ ਵੀ ਤੁਸੀਂ ਜੋਬ ਕਰ ਰਹੇ ਹੋ ਤੁਹਾਨੂੰ ਉੱਥੋਂ ਦੀ ਸੈਲਰੀ ਸਲਿੱਪਸ ਚਾਹੀਦੀਆਂ ਹੋਣਗੀਆਂ, ਜਾਂ ਬੈਂਕ ਸਟੇਟਮੈਂਟ ਚਾਹੀਦੀ ਹੁੰਦੀ ਹੈ, ਜਾਂ ਐਮਪਲੋਇਰ ਤੋਂ ਲੈਟਰ ਚਾਹੀਦੀ ਹੁੰਦੀ ਹੈ ਕਿ ਮਤਲਬ ਸਾਨੂੰ ਕੋਈ ਪ੍ਰੋਬਲਮ ਨਹੀਂ, ਜੇ ਛੁੱਟੀਆਂ ਤੁਸੀਂ ਉੱਥੇ ਲਾਉਣਾ ਚਾਹੁੰਦੇ ਹੋ, ਛੁੱਟੀਆਂ ਬਿਤਾ ਕੇ ਤੇ ਤੁਸੀਂ ਵਾਪਸ ਸਾਨੂੰ ਜੁਆਇਨ ਕਰੋਗੇ। ਸੋ ਇੱਕ ਉਹ ਲੈਟਰ ਹੋ ਗਈ। ਤੇ ਬਾਕੀ ਜਿਹੜੇ ਬੇਸਿਕ ਡਾਕੂਮੈਂਟਸ ਹੁੰਦੇ ਆ ਹੈ ਨਾ, ਉਹ ਸਾਰੇ ਸੇਮ ਰਹਿੰਦੇ ਆ। ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਤੁਹਾਡਾ ਬਿਜ਼ਨਸ ਅਕਾਊਂਟ ਦੀ ਡਿਟੇਲਸ ਆ ਗਈਆਂ, ਲਾਈਕ ਉਹਦੀ ਬੈਂਕ ਸਟੇਟਮੈਂਟਸ ਆ ਗਈਆਂ ਜਾਂ ਰਿਟਰਨਸ ਆ ਗਈਆਂ ਹੈ ਨਾ, ਇਹ ਕੁਛ ਆ ਗਿਆ। ਸੋ ਇਹ ਸੀਗੇ ਬੇਸਿਕ ਡਾਕੂਮੈਂਟਸ। ਇਹ ਤੋਂ ਇਲਾਵਾ ਜਿਹੜੇ ਡਾਕੂਮੈਂਟਸ ਹੁੰਦੇ ਆ ਉਹ ਡਿਪੈਂਡ ਕਰਦੇ ਆ ਤੁਹਾਡਾ ਸਪਾਂਸਰ ਕੌਣ ਹੈ ਜਾਂ ਤੁਹਾਡਾ ਪਰਪਸ ਆਫ ਵਿਜ਼ਿਟ ਕੀ ਹੈ। ਤੁਸੀਂ ਲਾਈਕ ਡਿਪੈਂਡ ਕਰਦਾ ਕੇਸ ਟੂ ਕੇਸ, ਉਹਦੇ 'ਤੇ ਕੋਈ ਸਟੈਂਡਰਡ ਲਿਸਟ ਆਫ ਡਾਕੂਮੈਂਟਸ ਨਹੀਂ ਇਸ਼ੂ ਕੀਤੀ ਜਾ ਸਕਦੀ, ਨਹੀਂ ਕੋਈ ਮਤਲਬ ਰੈਫਰ ਨਹੀਂ ਕੀਤੀ ਜਾ ਸਕਦੀ, ਐਡਵਾਈਸ ਨਹੀਂ ਕੀਤੀ ਜਾ ਸਕਦੀ, ਕਿਉਂਕਿ ਡਿਪੈਂਡ ਕਰਦਾ ਕੇਸ ਟੂ ਕੇਸ ਹੈ ਨਾ। ਸੋ ਉਸ ਬੇਸਿਸ 'ਤੇ ਤੁਹਾਡੀ ਜੋ ਹੈ ਵੀਜ਼ਾ ਫਾਈਲ ਤਿਆਰ ਹੁੰਦੀ ਹੈ ਤੇ ਫਿਰ ਤੁਹਾਡਾ ਜੋ ਹੈ ਵੀਜ਼ਾ ਅਪਲਾਈ ਹੁੰਦਾ ਹੈ ਐਮਬੈਸੀ ਦੇ ਵਿੱਚ। ਹੁਣ ਮੰਨ ਲਓ ਤੁਸੀਂ ਪੋਰਚੁਗਲ ਬੈਠੇ ਹੋ ਬਟ ਤੁਸੀਂ ਮੇਰੇ ਤੋਂ ਜਾਂ ਮੇਰੀ ਕੰਪਨੀ ਤੋਂ ਜਾਂ ਇੰਡੀਆ 'ਚੋਂ ਕਿਤੋਂ ਵੀ, ਤੁਸੀਂ ਇੰਡੀਆ 'ਚੋਂ ਵੀ ਛੱਡੋ ਯਾਰ, ਤੁਸੀਂ ਪੂਰੀ ਦੁਨੀਆ 'ਚੋਂ ਕਿਸੇ ਦੂਸਰੀ ਕੰਟਰੀ 'ਚੋਂ ਵੀਜ਼ਾ ਲਵਾਉਣਾ ਹੈ। ਉਸ ਕੇਸ ਵਿੱਚ ਕੀ ਹੁੰਦਾ ਹੈ ਕਿ ਤੁਸੀਂ ਆਪਦੇ ਡਾਕੂਮੈਂਟਸ ਸਾਨੂੰ ਭੇਜੋਗੇ, ਸਾਰਾ ਜੋ ਪ੍ਰੋਸੈਸ ਹੈ ਸਾਰਾ ਆਨਲਾਈਨ ਹੁੰਦਾ ਤੇ ਆਨਲਾਈਨ ਤੁਹਾਨੂੰ ਵੀਜ਼ਾ ਮਿਲ ਜੂਗਾ। ਐਂ ਨਹੀਂ ਹੈਗਾ ਜੇ ਤੁਸੀਂ ਪੋਰਚੁਗਲ ਨੂੰ ਤੇ ਤੁਸੀਂ ਪੋਰਚੁਗਲ ਵਿੱਚ ਹੀ ਕੋਈ ਚੰਗਾ ਏਜੰਟ ਲੱਭਣਾ ਜਿਹਨੂੰ ਕੈਨੇਡਾ ਦੀ ਨੌਲੇਜ ਹੋਵੇ ਤੇ ਉੱਥੇ ਹੀ ਤੁਸੀਂ ਵੀਜ਼ਾ ਆਪਦਾ ਅਪਲਾਈ ਕਰ ਸਕਦੇ ਹੋ। ਇਹੋ ਜਿਹਾ ਕੁਛ ਨਹੀਂ, ਸਾਰਾ ਕੰਮ ਆਨਲਾਈਨ ਹੁੰਦਾ। ਜੇ ਤੁਸੀਂ ਸਾਡੇ ਤੋਂ ਵੀਜ਼ਾ ਲਵਾਉਣਾ ਚਾਹੁੰਦੇ ਹੋ ਮੋਸਟ ਵੈਲਕਮ ਹੈ, ਬਹੁਤ ਜੈਨੂਇਨ ਫੀਸ ਦੇ ਵਿੱਚ ਅਸੀਂ ਤੁਹਾਡਾ ਵੀਜ਼ਾ ਅਪਲਾਈ ਕਰਕੇ ਦੇਵਾਂਗੇ। ਇੱਕ ICCRC ਮੈਂਬਰ ਦੇ ਥਰੂ ਵੀਜ਼ਾ ਅਪਲਾਈ ਹੋਊਗਾ। ਸੋ ਇਹ ਸੀਗਾ ਜੀ ਬੇਸਿਕ। ਆਈ ਹੋਪ ਤੁਹਾਨੂੰ ਕਨਸੈਪਟ ਕਲੀਅਰ ਹੋ ਗਿਆ ਹੋਊਗਾ। ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਵੇ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਤੇ ਜੇ ਤੁਹਾਡਾ ਕੋਈ ਕੁਐਸਚਨ ਹੋਵੇ, ਡਾਊਟ ਹੋਵੇ ਉਹਨੂੰ ਕਮੈਂਟ ਬਾਕਸ 'ਚ ਪੁੱਛ ਲਓ, ਮੈਂ ਉਹਦਾ ਆਨਸਰ ਕਰੂੰਗਾ। ਜੇ ਮੈਨੂੰ ਲੱਗਿਆ ਤਾਂ ਵੀਡੀਓ ਬਣਾ ਕੇ ਦਊਂਗਾ। ਵੀਡੀਓ ਦੇਖਣ ਲਈ ਥੈਂਕ ਯੂ ਐਂਡ ਟੇਕ ਕੇਅਰ ਜੀ। ਮਿਲਦੇ ਹਾਂ ਅਗਲੇ ਵੀਡੀਓ ਦੇ ਵਿੱਚ।